गली गली में शोर है। ਪਹਿਲਾਂ ਅਸੀਂ ਦਿੰਦੇ ਸੀ 100 ਰੁਪਈਆ ਸਾਲ ਦਾ, ਫਿਰ ਵਧਾ ਕੇ ਇਹਨਾਂ ਨੇ 1770 ਰੁਪਏ ਕਰ ਦਿੱਤੇ। ਅੱਜ ਠੇਕੇਦਾਰ ਸਾਨੂੰ ਕਹਿੰਦੇ ਜੀ ਅਸੀਂ ਤੁਹਾਡੇ ਕੋਲ 5000 ਰੁਪਈਆ ਮਹੀਨਾ ਲੈਣਾ, ਤੇ ਜਿਹੜੇ ਫਰੂਟ ਦੇ ਸਟਾਲ ਆ ਉਹ ਕਹਿੰਦੇ 10000 ਰੁਪਈਆ ਮਹੀਨਾ ਲੈਣਾ। बट आप इस समय देख सकते हैं कि आर्मी पर्सन अपने यूनिट में ही है, उनको बाहर नहीं निकलने दिया जा रहा, और कैंट की इतनी जनता नहीं है कि जिससे इनकी सेवाएं घर की चल सकें। इनकम का सोर्स इस समय 50% रह चुका है। देखो जे तो आप चाहते हैं कैंट के अंदर कि हर निवासी ਨੂੰ एक आम संविधानिक तौर पर सुविधाएं मिलन, तो एक बंदे तो 5 कुर्सियां खोईया जान। ਜਿਹੜਾ ਰਜੇਸ਼ ਅਟਵਾਲ ਹੈਗਾ ਇਹ ਅਕੇਲਾ ਆਦਮੀ ਆਫਿਸ ਸੁਪਰਡੈਂਟ ਹੈ, PRO ਹੈ, RTI ਇੰਚਾਰਜ ਹੈ, EM ਸੁਪਰਵਿਜ਼ਨ ਹੈ, ਮੈਂਬਰ ਆਫ ਐਮਪਲੋਇਮੈਂਟ ਸਿਲੈਕਸ਼ਨ ਬੋਰਡ ਹੈ। ਕਿਸੇ ਨੇ ਜਮਾਦਾਰ ਬਣਨਾ 70000 ਰੁਪਏ ਦੇਣਾ ਪਏਗਾ। ਇਹ ਰਜੇਸ਼ ਅਟਵਾਲ ਜੀ ਦੇ ਕਾਰਨਾਮੇ ਆ। ਅੱਜ ਕੰਟੋਨਮੈਂਟ ਬੋਰਡ ਜਲੰਧਰ ਦੇ ਵਿੱਚ ਦੁਕਾਨਦਾਰਾਂ ਵੱਲੋਂ ਜਿਹੜੇ ਫੜੀਆਂ ਲਾਉਂਦੇ ਨੇ ਠੇਕੇ ਦੇ ਉੱਤੇ ਦੁਕਾਨਾਂ ਲੈ ਕੇ ਸਬਜ਼ੀਆਂ ਵੇਚਦੇ ਨੇ, ਉਹਨਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ। ਰੀਜ਼ਨ ਕੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਵੀ ਕੁਮਾਰ ਸੋਤਾ ਜੀ, ਮੈਂ ਸਬਜ਼ੀ ਮੰਡੀ ਦਾ ਪ੍ਰਧਾਨ ਹਾਂ। ਸਰ, ਕੀ ਰੀਜ਼ਨ ਹੈ ਵੀ ਅੱਜ ਇੱਥੇ ਤਖਤੀਆਂ ਲੈ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕੰਟੋਨਮੈਂਟ ਬੋਰਡ ਜਲੰਧਰ ਦੇ ਵਿੱਚ? ਇਹਨਾਂ ਨੇ ਜੀ ਕੰਟੋਨਮੈਂਟ ਬੋਰਡ ਨੇ ਜੀ ਜਿਹੜੀ ਸਬਜ਼ੀ ਮੰਡੀ ਸੀ ਸਾਡੀ, ਤੇ ਉਹਨੂੰ ਠੇਕੇ ਤੇ ਦੇ ਦਿੱਤੀ। ਪਹਿਲਾਂ ਅਸੀਂ ਦਿੰਦੇ ਸੀ 100 ਰੁਪਈਆ ਸਾਲ ਦਾ, ਫਿਰ ਵਧਾ ਕੇ ਫਿਰ ਇਹਨਾਂ ਨੇ 1770 ਰੁਪਏ ਕਰ ਦਿੱਤੇ। ਅੱਜ ਠੇਕੇਦਾਰ ਸਾਨੂੰ ਕਹਿੰਦੇ ਜੀ ਅਸੀਂ ਤੁਹਾਡੇ ਕੋਲ 5000 ਰੁਪਈਆ ਮਹੀਨਾ ਲੈਣਾ, ਤੇ ਜਿਹੜੇ ਫਰੂਟ ਦੇ ਸਟਾਲ ਆ ਉਹ ਕਹਿੰਦੇ 10000 ਰੁਪਈਆ ਮਹੀਨਾ ਲੈਣਾ। ਇਸ ਕਰਕੇ ਅਸੀਂ ਇੰਨਾ ਨਹੀਂ ਦੇ ਸਕਦੇ ਆ। ਸਾਡੇ ਕੋਲ ਅਸੀਂ ਗਰੀਬ ਬੰਦੇ ਅਸੀਂ ਕਿੱਥੋਂ ਦਈਏ ਜੀ? 50,000 ਰੁਪਈਆ ਇੱਕ ਦੇਈ ਜਾਈਏ ਤਾਂ ਕਿੱਥੋਂ ਅਸੀਂ ਸਾਰਾਂਗੇ ਆਪਣਾ? ਜੇਕਰ ਅਸੀਂ ਗੱਲ ਕਰੀਏ ਸਰਕਾਰੀ ਜਿਹੜਾ ਕਿਰਾਇਆ ਹੈ ਕਿੰਨਾ ਬਣਦਾ ਹੈ, ਜਾਂ ਫੀਸ ਕਹਿ ਲਈਏ ਕਿੰਨੀ ਬਣਦੀ? 1770 ਰੁਪਏ ਇਹ ਤਾਂ ਲੈ ਰਹੇ ਨਾ, ਕੰਟੋਨਮੈਂਟ ਨੂੰ ਅਸੀਂ ਦੇ ਰਹੇ ਹਾਂ। ਅਸੀਂ ਚਾਹੁੰਦੇ ਵੀ ਇਹ ਰੱਦ ਕੀਤਾ ਜਾਵੇ, ਸਾਡੇ ਕੋਲ ਜਿਹੜਾ ਕਿਰਾਇਆ ਹੀ ਕੰਟੋਨਮੈਂਟ ਹੀ ਲਈ ਜਾਵੇ। ਕੰਟੋਨਮੈਂਟ ਬੋਰਡ ਡਾਇਰੈਕਟ ਕਿਰਾਇਆ ਲਵੇ, ਪਰ ਜਿਹੜੇ ਠੇਕੇਦਾਰ ਨੇ ਉਹ ਤੁਹਾਡੇ ਤੋਂ ਜ਼ਿਆਦਾ ਪੈਸੇ ਵਸੂਲਨੇ ਨੇ। ਉਸ ਚੀਜ਼ ਦਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ। ਹੁਣ ਜੇ ਗੱਲ ਕੀਤੀ ਜਾਵੇ ਇਸ ਮਾਮਲੇ ਦੇ ਉੱਤੇ ਕਿ ਠੇਕੇਦਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕੰਟਰੋਲ ਜਾਂ ਰੈਗੂਲੇਸ਼ਨ ਐਸੀ ਦੀ ਨਹੀਂ ਹੈਗੀ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਕਿ ਇਸ ਤੋਂ ਜ਼ਿਆਦਾ ਕਿਰਾਇਆ ਨਹੀਂ ਲੈ ਸਕਦੇ? ਨਹੀਂ ਜੀ, ਉਹ ਕੰਟੋਨਮੈਂਟ ਬੋਰਡ ਵਾਲੇ ਇਹਨਾਂ ਦੇ ਬੰਦੇ ਜਿਹੜੇ ਵੀ ਆਏ ਸੀ ਸਾਡੇ ਕੋਲ ਕਹਿੰਦੇ ਅਸੀਂ ਇਹਨਾਂ ਨੂੰ ਠੇਕਾ ਦੇਤਾ, ਇਹ ਤੁਹਾਡੇ ਕੋਲ 5 ਲਵੇ 10 ਲਵੇ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੇਟ ਲੈ ਸਕਦੇ ਆ। ਇੱਕ ਕਿੰਨੇ ਬਾਈ ਕਿੰਨੇ ਦੀ ਦੁਕਾਨ ਹੈ ਤੁਹਾਡੀ? 8x8 ਦੀ। 8x8 ਦੀ ਦੁਕਾਨ ਦੀ ਜਿਹੜਾ ਕਿਰਾਇਆ ਆ 5000 ਰੁਪਈਆ, ਤੇ ਇੱਕ ਦਿਨ ਦੇ ਵਿੱਚ ਕਮਾਈ ਕਿੰਨੀ ਕਰਦੇ ਹੋ? ਕਮਾਈ ਕਿੰਨੀ? ਵੱਧ ਤੋਂ ਵੱਧ 200-300 ਰੁਪਏ ਕਮਾ ਲੈਂਦੇ, ਅਸੀਂ 400 ਕਮਾ ਲੈਂਦੇ। ਸਾਡੇ ਪਰਿਵਾਰ ਆ, ਬੱਚੇ ਆ, ਤੇ ਅੱਜ ਕੱਲ੍ਹ ਤੁਹਾਨੂੰ ਪਤਾ आर्मी प्रशासन भी बाहर नहीं निकल रहा मार्केट में। अगर जो पहले इनकम का सोर्स था वो 50% आर्मी पर्सन था, बट आप इस समय देख सकते हैं कि आर्मी पर्सन अपने यूनिट में ही है, उनको बाहर नहीं निकलने दिया जा रहा, और कैंट की इतनी जनता नहीं है कि जिससे इनकी सेवाएं घर की चल सकें। इनकम का सोर्स इस समय 50% रह चुका है, क्योंकि 50% आर्मी पर्सन था और वो इस समय मार्केट में नहीं एंटर कर पा रहा है। और बात रही दुकान की, दुकान 8x8 की है। आग लगने के बाद वो दुकानें भी हमने अपने पैसों से बनाई हैं, उसमें प्रशासन ने हमें कोई मदद नहीं करी है। वो दुकानें भी हम लोगों ने शेड खुद के पक्के करवाए हैं, थड़े पक्के करवाए हैं। वहाँ पर एक ट्रांसफार्मर लगा हुआ है, आज वहाँ पर 2 बार आग लग चुकी है उस ट्रांसफार्मर के चलते। जो लास्ट आग कब लगी थी और कितना नुकसान हुआ? 2012 में लगी थी, उस समय लाखों का नुकसान हुआ था। कुछ लोगों के फ्रिज भी थे, सब्जियां महंगी होती हैं गर्मियों के टाइम में, और उसके बाद भी वो ट्रांसफार्मर आज भी वहीं पर लगा हुआ है। मतलब ਤਾਰਾਂ ਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ, ਕਿਸੇ ਤਰ੍ਹਾਂ ਦਾ ਕੋਈ ਕੰਟੋਨਮੈਂਟ ਬੋਰਡ ਵੱਲੋਂ ਕੀ ਕਿਹਾ ਜਾ ਰਿਹਾ ਹੈ? ਕਿਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਸੁਝਾਅ ਦਿੱਤਾ ਗਿਆ ਹੋਵੇ, ਜਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਦਿੱਤੀ ਗਈ ਹੋਵੇ, ਜਾਂ ਫਿਰ ਵਰਬਲ ਤੌਰ ਤੇ ਇੰਨੀ ਗੱਲ ਕੀਤੀ ਗਈ ਹੋਵੇ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਜਾਂ ਇਸ ਚੀਜ਼ ਦਾ ਸੁਝਾਅ ਦੇਵਾਂਗੇ? देखो जे तो आप चाहते हैं कैंट के अंदर कि हर निवासी ਨੂੰ एक आम संविधानिक तौर पर सुविधाएं मिलन, तो एक बंदे तो 5 कुर्सियां खोईया जान रजेश अटवाल को, ਤੇ ਵੋਰਾ और ਇਹਨਾਂ ਦੋਨਾਂ ਨੂੰ ਸਸਪੈਂਡ ਕੀਤਾ ਜਾਵੇ। ਇਹ ਕੌਣ ਨੇ? ਇਹ ਰਜੇਸ਼ ਅਟਵਾਲ, ਵੋਰਾ? ਸੁਣੋ ਜੀ, ਜਿਹੜਾ ਰਜੇਸ਼ ਅਟਵਾਲ ਹੈਗਾ ਇਹ ਅਕੇਲਾ ਆਦਮੀ ਆਫਿਸ ਸੁਪਰਡੈਂਟ ਹੈ, PRO ਹੈ, RTI ਇੰਚਾਰਜ ਹੈ, EM ਸੁਪਰਵਿਜ਼ਨ ਹੈ, ਮੈਂਬਰ ਆਫ ਐਮਪਲੋਇਮੈਂਟ ਸਿਲੈਕਸ਼ਨ ਬੋਰਡ ਹੈ। ਕਿ ਇਹ ਇਕੱਲਾ ਹੀ ਇਸ ਯੋਗ ਹੈ? ਬਾਕੀ ਜਿਹੜੇ ਸੁਪਰਡੈਂਟ ਕੋਈ ਇਸ ਯੋਗ ਨਹੀਂ, ਕਿਉਂਕਿ ਇਹ ਹੈਗਾ ਕਮਾਊ ਪੁੱਤ। ਕਿਹੜਾ ਵੀ ਉਹ ਆਂਦਾ ਉਹਨੂੰ ਕਹਿੰਦਾ ਕੁਰਸੀ ਤੇ ਬਹਿ, ਤੈਨੂੰ ਨੋਟਾਂ ਦੀ ਢੇਰ ਚਾਹੀਦਾ, ਨੋਟਾਂ ਦਾ ਢੇਰ ਮਿਲੇਗਾ। ਕਿਸ ਤਰ੍ਹਾਂ ਮਿਲੇ? ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਠੇਕਾ 80,000 ਰੁਪਏ ਭਰ ਰਿਹਾ ਸਭ ਰੇੜੀਆਂ ਵਾਲੇ ਮਿਲ ਕੇ, ਉਹਨੂੰ ਰੱਦ ਕੀਤਾ ਜਾਂਦਾ। ਰੱਦ ਕਰਨ ਤੋਂ ਬਾਅਦ ਉਹਦੀ ਪਬਲੀਕੇਸ਼ਨ ਵੀ ਨਹੀਂ ਹੁੰਦੀ ਆ ਕਿਸੇ ਅਖਬਾਰ 'ਚ, ਕਿਸੇ ਨਿਊਜ਼ਪੇਪਰ 'ਚ, ਜਾਂ ਮੁਨਾਦੀ ਵੀ ਨਹੀਂ ਹੁੰਦੀ ਆ।
ਤਾਂ ਮੁੜ ਕੇ ਉਹ ਆਪਣੇ ਚਹੇਤੇ ਨੂੰ ਸੋਚੋ ਵੀ 40,000 ਰੁਪਏ 'ਚ ਮਤਲਬ 32,000 8,000 GST 40,000 ਰੁਪਏ 'ਚ ਦੇ ਦਿੱਤਾ ਜਾਂਦਾ ਤਾਂ ਤੁਸੀਂ ਸੋਚੋ ਕਿ ਇੱਕ ਮਹੀਨੇ ਦਾ 40,000 ਤਾਂ ਪਹਿਲਾਂ ਤਾਂ ਇਹਦਾ ਕਰੋ 8 12 ਕਿੰਨੇ ਹੁੰਦੇ ਜੀ 96 ਇਹ 9,60,000 ਰੁਪਏ ਸਾਲਾਨਾ ਦੇਣਾ ਜਾਂਦਾ ਅੱਧੇ ਪੈਸੇ ਉਹ ਝੋੜ ਗਏ ਜਦੋਂ 40,000 ਤੇ ਠੇਕਾ ਆ ਗਿਆ ਗੌਰਮੈਂਟ ਦਾ ਟੈਕਸ ਗਿਆ ਜਿਹੜਾ ਸਾਲ ਦਾ ਕਹਿਣ ਦਾ ਮਕਸਦ ਕਿ 5 ਲੱਖ ਰੁਪਈਆ ਇੱਕ ਤਾਂ ਇਹਨਾਂ ਦੀ ਜੇਬ 'ਚ ਗਿਆ ਖਜ਼ਾਨਾ ਤਾਂ ਆਪਣੇ ਆਪ ਖਾਲੀ ਹੋਣਾ ਪੈਨਸ਼ਨਰਾਂ ਨੂੰ ਪੈਸੇ ਨਹੀਂ ਮਿਲਦੇ ਆ ਜੇ ਕੋਈ ਰਿਟਾਇਰ ਹੋ ਜਾਂਦਾ ਉਹਦੇ ਕੋਲ ਪੈਸੇ ਲਏ ਜਾਂਦੇ ਆ 25 ਲੱਖ 'ਚ ਸਰਕਾਰੀ ਕੁਆਟਰ ਕਸਤੂਰਬਾ ਨਗਰ ਦਾ ਜਿਹੜੇ 125 ਕੁਆਟਰ ਆ 25 ਕੁਆਟਰ 'ਚ ਤੁਸੀਂ ਓਨਰ ਤੁਸੀਂ ਰਹਿ ਰਹੇ ਹੋ ਮਤਲਬ ਜਿਹੜਾ ਬੰਦਾ ਰਿਟਾਇਰ ਹੁੰਦਾ ਉਹਨੂੰ ਕਿਹਾ ਜਾਂਦਾ ਕਿ ਤੁਸੀਂ ਪੈਸੇ ਕੰਟੋਨਮੈਂਟ ਬੋਰਡ ਨੂੰ ਦਿਓ। ਪੈਸੇ ਕੰਟੋਨਮੈਂਟ ਬੋਰਡ ਨੂੰ ਦਿਓ ਤਾਂ ਕਿੰਨੇ ਪੈਸੇ ਮੰਗੇ ਜਾਂਦੇ? ਜਿਸ ਮਕਾਨ 'ਚ ਰਹਿੰਦੇ ਹੋ ਤੁਸੀਂ ਸਰਕਾਰੀ 2 ਕੁਆਟਰਾਂ ਦਾ ਫਲੈਟ ਹੈ 30 31 32 ਹੋਰ ਇੱਧਰ ਉੱਧਰ ਜਿੰਨੇ ਵੀ ਆ ਉਹਨਾਂ ਕੋਲ ਪੈਸੇ ਲਏ ਜਾਂਦੇ ਆ ਉਹਨਾਂ ਨੂੰ ਰੱਖਿਆ ਜਾਂਦਾ ਕਿ ਠੀਕ ਹੈ ਵੀ ਤੂੰ ਰਹਿ ਤੇਰੇ ਚੈੱਕ ਵੀ ਬਣ ਜਾਣਗੇ ਅੱਜ ਦੀ ਡੇਟ 'ਚ ਤੁਸੀਂ ਆਪਣਾ ਜੀ ਫੰਡ ਕਢਾਉਣਾ ਤੁਹਾਨੂੰ 10,000 ਰੁਪਏ ਦੇਣਾ ਪਏਗਾ ਕਿਸੇ ਨੇ ਜਮਾਦਾਰ ਬਣਨਾ 70,000 ਰੁਪਏ ਦੇਣਾ ਪਏਗਾ ਇਹ ਰਜੇਸ਼ ਅਟਵਾਲ ਜੀ ਦੇ ਕਾਰਨਾਮੇ ਆ ਔਰ ਕਾਰਨਾਮੇ ਇੰਨੇ ਕਿ ਇਹਦੀ ਪ੍ਰਾਪਰਟੀਆਂ ਇੰਨੀਆਂ ਕਿ ਬੇਇੰਤਹਾ ਪ੍ਰਾਪਰਟੀਆਂ ਦਿਖਾਇਆ ਜਾਏ ਉਹ ਵੀ ਜ਼ਰੂਰ ਜੇ ਤੁਹਾਡੇ ਕੋਲ ਐਵੀਡੈਂਸ ਨੇ ਉਹ ਵੀ ਦਿਖਾਇਆ ਜਾਵੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਇਹ ਇਲੀਗਲ ਨੇ ਕਿਉਂ ਲੱਗਦਾ ਇਲੀਗਲ ਕਿੱਦਾਂ ਵਾ ਸੁਣ ਲਓ ਕਿ ਪ੍ਰਸ਼ਾਸਨ ਦੇ ਅੰਦਰ ਅਗਰ ਇੱਕ ਸਾਈਕਲ ਵੀ ਖਰੀਦੀ ਜਾਵੇ ਤਾਂ ਸਾਨੂੰ ਦੱਸਣਾ ਪੈਂਦਾ ਹੈ ਪਹਿਲਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਇਸ ਦੇ ਬਾਰੇ ਦੱਸਿਆ ਜਾਵੇ ਇਹ ਜੀ ਰਜੇਸ਼ ਅਟਵਾਲ ਦੀ ਕੋਠੀ ਹੈ ਲਗਭਗ 7 ਮਰਲੇ 'ਚ ਬਣੀ ਆ ਕੱਲ੍ਹ ਇਹਦਾ ਮੈਂ ਵੀਡੀਓ ਬਣਾਇਆ ਦੇਖੋ ਡੇਟ ਹੈ ਟਾਈਮ ਹੈ ਸਭ ਕੁਝ ਆ ਮੋਬਾਈਲ ਦੇ ਅੰਦਰ ਸੇਵ ਆ ਠੀਕ ਹੈ ਕਿ ਨਹੀਂ ਇਹ ਘੱਟੋ ਘੱਟ 1.5 ਲੱਖ ਰੁਪਏ 1.5 ਕਰੋੜ ਰੁਪਏ ਦਾ ਪ੍ਰੋਜੈਕਟ ਆ ਇਹਦੇ ਪਿੱਛੇ ਇਹਦੇ 6 ਪਲਾਟ ਆ ਕੈਂਟ ਦੇ ਅੰਦਰ 6 ਲੱਖ ਰੁਪਏ ਮਰਲੇ ਦੇ ਹਿਸਾਬ ਨਾਲ ਇਹਨੇ ਪ੍ਰਾਪਰਟੀ ਖਰੀਦੀ ਆ EM ਇਹਦੇ ਕੋਲ ਪੈਟਰੋਲ ਪੰਪ ਇਹਦੇ ਕੋਲ ਆ ਕਿ ਜਿੰਨਾ ਗੱਡੀਆਂ ਤੇਲ ਪੈਂਦਾ ਉਸ ਤੇਲ ਦਾ ਖਰਚਾ ਸਾਰੇ ਇਹਦੇ ਘਰ ਦੀ ਗੱਡੀਆਂ ਦੇ ਅੰਦਰ ਸਕੂਲਾਂ 'ਚ ਪਾਰਕਿੰਗ ਚਲਾ ਰਿਹਾ ਇਹਦੇ ਜਿਹੜੇ ਚੇਲੇ ਬਾਲ ਕੇ ਹੈਗੇ ਸਕੂਲਾਂ 'ਚ ਪਾਰਕਿੰਗ ਚਲਾ 2-2 ਟਨ ਦੇ AC ਚਲਾਉਂਦੇ ਆ ਜਿੱਥੇ 12 ਸਾਲ ਦਾ ਮੀਟਰ ਹੀ ਹੈ ਨਹੀਂ 20 ਨੰਬਰ ਸਕੂਲ ਦੇ ਅੰਦਰ ਕੈਂਟ ਬੋਰਡ ਸਕੂਲ ਦੇ ਅੰਦਰ ਇਹਦਾ ਚੇਲਾ ਉੱਥੇ 2-2 ਟਨ ਦੇ AC ਚਲਾਉਂਦਾ ਪ੍ਰਾਈਵੇਟ ਪਾਰਕਿੰਗ ਬਣਾਈਆਂ ਹੋਈ ਆ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਨੇ ਉਸ ਦੇ ਉੱਤੇ ਇਹਨਾਂ ਦਾ ਕੰਟਰੋਲ ਪੂਰੀ ਤਰ੍ਹਾਂ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਾਰਵਾਈ ਨਹੀਂ ਕੀਤੀ ਕਾਰਵਾਈ ਇਸ ਲਈ ਨਹੀਂ ਕੀਤੀ ਜਾਂਦੀ ਕਿਉਂਕਿ ਵੋਰਾ ਔਰ ਰਜੇਸ਼ ਅਟਵਾਲ ਕਮਾਊ ਪੋਤਾ ਜਿਸ ਵਕਤ ਵੈਕੈਂਸੀ ਆਂਦੀ ਆ ਠੀਕ ਹੈ ਕਿ ਨਹੀਂ ਜਿਹੜੇ ਵਿਚਾਰੇ ਹੱਕਦਾਰ ਸੀਗੇ ਉਹ ਅੱਜ ਕੱਚਿਆਂ ਦੇ ਅੰਦਰ ਠੇਕੇਦਾਰ ਦੀਆਂ ਗਾਲਾਂ ਸੁਣਦੇ ਜਮਾਦਾਰ ਦੀਆਂ ਗਾਲਾਂ ਸੁਣਦੇ ਆ ਉਹ ਵਿਚਾਰੇ ਰੁਲ ਰਹੇ ਆ ਔਰ ਉਹਨਾਂ ਦੀ ਫਾਈਲਾਂ ਦਬਾ ਦਿੱਤੀਆਂ ਜਾਂਦੀਆਂ ਔਰ ਜਿੰਨੇ ਪੈਸੇ ਭਰੇ 7-7 ਲੱਖ ਰੁਪਈਆ ਜਿੰਨੇ ਪੈਸੇ ਭਰੇ 7-7 ਲੱਖ ਰੁਪਏ ਉਹ ਡਿਊਟੀ ਤੇ ਚੜ ਗਿਆ ਤੁਸੀਂ ਦੇਖੋ ਕਿ 154 ਲੋਕਾਂ ਦੀ ਭਰਤੀ ਹੁੰਦੀ ਆ ਔਰ ਜਿਸ ਵਕਤ ਇਨਵੈਸਟੀਗੇਸ਼ਨ ਮਾੜੀ ਜਿਹੀ ਉੱਪਰੋਂ ਬੈਠਦੀ ਆ ਤਾਂ ਰਾਤੋਂ ਰਾਤ ਤੋਂ 50-52 ਬੰਦੇ ਉਡਾ ਦਿੱਤੇ ਜਾਂਦੇ ਆ ਰਾਤ ਨੂੰ ਉਹਨਾਂ ਨੂੰ ਕਮਰੇ 'ਚ ਬੰਦ ਕਰਕੇ ਉਹਨਾਂ ਦੇ ਐਫੀਡੇਵਿਟ ਤੇ ਸਿਗਨੇਚਰ ਲਏ ਜਾਂਦੇ ਆ ਵੀ ਅਸੀਂ ਸੈਲਫ ਰਿਜ਼ਾਈਨ ਕਰ ਰਹੇ ਜਦ ਕਿ ਇਹਦਾ ਰਿਜ਼ਾਈਨ ਹੁੰਦਾ ਨਹੀਂ ਹੈ ਇਸ ਚੀਜ਼ ਦਾ ਕੋਈ ਐਵੀਡੈਂਸ ਜਾਂ ਕੋਈ ਬੰਦਾ ਜਿਹੜਾ ਐਵੀਡੈਂਸ ਇਹ ਆ ਕਿ ਜਿਹੜੀ ਵੈਕੈਂਸੀ ਸੀ ਉਹਦਾ ਲਾਅ ਐਂਡ ਆਰਡਰ ਖਿਲਾ ਲਓ ਉਹਦੀ ਸੀਨੀਅਰਟੀ ਖਿਲਾ ਲਓ ਵੈਕੈਂਸੀ ਦੀ ਲਿਸਟ ਕਢਾ ਲਓ ਜਿੰਨੇ ਬੰਦੇ ਛੱਡ ਗਏ ਆ ਜਦ ਕਿ ਜਿਨ੍ਹਾਂ ਨੇ ਫੇਕ ਡਾਕੂਮੈਂਟ ਦਿੱਤੇ ਸੀ ਉਹ 'ਚੋਂ 6 ਮੁਲਾਜ਼ਮ ਕੱਚੇ ਤੌਰ ਤੇ ਭਰਤੀ ਦੇ ਕੰਮ ਕਰ ਰਹੇ ਆ 16 ਰਜੇਸ਼ ਅਟਵਾਲ ਦੇ ਪਰਿਵਾਰ ਦੇ ਬੰਦੇ ਕੰਮ ਕਰ ਰਹੇ ਕੰਮ ਤੇ ਨਹੀਂ ਆਉਂਦੇ ਪੈਸੇ ਸਿੱਧੇ ਹੀ ਘਰ ਜਾ ਰਹੇ ਆ ਔਰ ਦੇਖੋ ਔਰ ਪਲੱਸ ਜੇ ਉਹ ਫੇਕ ਡਾਕੂਮੈਂਟ ਸੀਗੇ ਜੇ ਸਰਕਾਰ ਨਾਲ ਧੋਖਾ ਕੀਤਾ ਤਾਂ ਫਿਰ ਉਹਨਾਂ ਤੇ FIR ਦਰਜ ਕਰਾਉਣੀ ਚਾਹੀਦੀ ਸੀ ਡਿਪਾਰਟਮੈਂਟ ਨੇ ਆਪਣੇ ਆਪ ਨੂੰ ਬਚਾਉਣ ਲਈ ਜੇ FIR ਦਰਜ ਹੁੰਦੀ ਤਾਂ ਲਾਅ ਐਂਡ ਆਰਡਰ 'ਚ ਉਹਨਾਂ ਨੇ ਮੂੰਹ ਖੋਲਣਾ ਸੀ ਇਹ ਜੇ ਗਰੀਬ ਜਨਤਾ ਸਬਜ਼ੀ ਮੰਡੀ ਦੀ ਉੱਠ ਕੇ ਥਾਣੇ ਜਾਂਦੀ ਹੈ ਤਾਂ SHO ਨਹੀਂ ਸੁਣਦਾ ਠੇਕੇਦਾਰ ਕੋ ਦਬਕੇ ਮਾਰ ਕੇ ਦਿਖਾ ਦਿੰਦਾ ਕਿ ਸਾਨੂੰ ਸਬ ਏਰੀਆ ਕਮਾਂਡਰ ਨੇ ਕਹਿ ਦਿੱਤਾ ਕਿ ਠੇਕਾ ਰੱਦ ਨਹੀਂ ਹੋਵੇਗਾ ਤੂੰ ਇਹਨਾਂ ਨੂੰ ਪੈਸੇ ਭਰ ਦੇ ਘੱਟ ਵੱਧ ਕਰਕੇ ਪੈਸੇ ਲਾ ਹੁਣ ਆਖਰੀ ਤੌਰ ਤੇ ਮੁੱਕਦੀ ਗੱਲ ਆਪਾਂ ਜੇ ਕਰੀਏ ਤੇ ਮੰਗਾਂ ਕੀ ਨੇ ਕਿਸ ਤਰੀਕੇ ਦੇ ਨਾਲ ਇਸ ਦਾ ਆਪਾਂ ਸੋਲੂਸ਼ਨ ਕੀ ਕੱਢਦੇ ਹਾਂ ਸੋਲੂਸ਼ਨ ਇਹ ਹੈ ਜੀ ਕਿ ਜਲਦ ਇਹ ਠੇਕਾ ਰੱਦ ਕੀਤਾ ਜਾਵੇ ਆੜਤੀ ਨੂੰ ਵੀ ਉੱਥੋਂ ਚੱਕਿਆ ਜਾਵੇ ਠੀਕ ਹੈ ਕਿ ਨਹੀਂ ਜੈਨੂਅਨ ਆਪਣਾ ਮੁਲਾਜ਼ਮ ਬਿਠਾਣ ਉਹ ਸਾਡੇ ਕੋਲ ਪੈਸੇ ਲਵੇ ਪ੍ਰਾਵਧਾਨ ਦੇ ਮੁਤਾਬਿਕ ਮਤਲਬ ਠੇਕੇਦਾਰੀ ਜਿਹੜੀ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇ ਤੇ ਡਾਇਰੈਕਟ ਜਿਹੜਾ ਕਿਰਾਇਆ ਹੈ ਉਹ ਕੰਟੋਨਮੈਂਟ ਬੋਰਡ ਨੂੰ ਆਵੇ ਤੇ ਉਹਦੀ ਰਸੀਦ ਦਿੱਤੀ ਜਾਵੇ ਪਲੱਸ ਇਹ ਵੀ ਸੁਣ ਲਿਆ ਜਾਵੇ ਜੇ ਇਹਨਾਂ ਨੇ ਸਾਡੀ ਗੱਲ ਨਾ ਮੰਨੀ ਜਲਦ ਕਾਰਵਾਈ ਇਹਨਾਂ ਤੇ ਨਾ ਕੀਤੀ ਦੋਨਾਂ ਦੇ ਉੱਤੇ ਤਾਂ ਇਹ ਫਸਟਲੀ ਅਸੀਂ ਪੁਲਿਸ ਨੂੰ ਨਕੇਲ ਪਾਵਾਂਗੇ ਕਿ ਇਨਵੈਸਟੀਗੇਸ਼ਨ ਕਰਨ ਠੀਕ ਹੈ ਕਿ ਨਹੀਂ ਔਰ ਅਸੀਂ ਸੇਮ ਇਹ ਤੋਂ 10 ਗੁਣਾ ਬੰਦੇ ਲਿਜਾ ਕੇ ਕਮਿਸ਼ਨਰ ਆਫਿਸ ਘੇਰਾਂਗੇ ਔਰ ਉਸ ਤੋਂ ਬਾਅਦ ਵੀ ਨਹੀਂ ਹੁੰਦਾ ਤਾਂ ਫਿਰ ਇੱਥੇ ਮਰਨ ਵਰਤੇ ਬੈਠਿਆ ਜਾਏਗਾ ਅਗਰ ਕਿਸੇ ਦੀ ਕੋਈ ਮਿਸਹੈਪਨਿੰਗ ਹੋ ਗਈ ਤਾਂ ਕੈਂਟ ਬੋਰਡ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਗਾ ਜੇ ਕਿਸੇ ਦੇ ਆਰ ਪਰਿਵਾਰ ਨੂੰ ਨੁਕਸਾਨ ਪਹੁੰਚਦਾ ਤਾਂ ਉਹਦੇ ਲਈ ਵੀ ਇਹ ਠੇਕੇਦਾਰ ਔਰ ਜਿਹਨਾਂ ਦੇ ਖਿਲਾਫ ਸ਼ਿਕਾਇਤ ਆ ਔਰ ਇਹ ਦੋਨੋਂ ਅਧਿਕਾਰੀਆਂ ਦੇ ਖਿਲਾਫ FIR ਲੌਂਚ ਕੀਤੀ ਜਾਵੇ ਸੋ
ਇਹ ਸੀਗੇ ਉਹ ਦੁਕਾਨਦਾਰ ਜਿਹੜੇ ਕਿ ਕਰੋਨਾ ਕਾਲ ਦੇ ਵਿੱਚ ਚੱਲਦਿਆਂ ਮੰਦੀ ਤੋਂ ਬਹੁਤ ਜ਼ਿਆਦਾ ਬੇਹਾਲ ਨੇ, ਪਰ ਜਿਸ ਦੇ ਨਾਲ ਨਾਲ ਇਹ ਵੀ ਗੱਲ ਕੀਤੀ ਗਈ ਹੈ ਕਿ ਇੱਥੇ ਦੇ ਜਿਹੜੇ CEO ਨੇ, ਸੈਕਟਰੀ ਨੇ, ਕਾਫੀ ਲੋਕ ਐਸੇ EMPLOYEES ਨੇ ਵੱਡੀ ਅਹੁਦਿਆਂ ਤੇ ਬੈਠੇ ਹੋਏ ਜਿਹੜੇ ਕਿ 5 ਸੈਲਰੀਜ਼ ਇੱਕੋ ਜਾਣਾ ਲੈ ਰਿਹਾ ਹੈ, ਜਿਸ ਤੋਂ ਬਾਅਦ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਕਮਾਈ ਦੇ ਵਿੱਚ। ਕਮਾਈ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਉੱਥੇ ਰਹਿਣ ਦੇ ਵਿੱਚ, ਤੇ ਤੀਸਰੀ ਗੱਲ ਇਹ ਆ ਰਹੀ ਹੈ ਕਿ ਠੇਕੇਦਾਰਾਂ ਨੂੰ ਫालतू ਦੀ ਫੀਸ ਦੇਣੀ ਪੈ ਰਹੀ ਹੈ 2 ਗੁਣਾ ਤੋਂ ਵੀ ਜ਼ਿਆਦਾ ਦੀ, ਜਿਸ ਕਾਰਨ ਕਿ ਇਹਨਾਂ ਦਾ ਆਪਣਾ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੈ। ਦੁਕਾਨਦਾਰਾਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਇੱਥੇ ਉਹਨਾਂ ਨੂੰ ਸਪੋਰਟ ਕਰਨ ਪਹੁੰਚੇ ਨੇ IG ਸੋਢੀ ਸਾਹਿਬ। ਆਪ ਦੇ ਇਸ ਵੇਲੇ ਤੁਸੀਂ ਰਿਪਰੈਜ਼ੈਂਟੇਟਿਵ ਹੋ, ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿਸ ਤਰ੍ਹਾਂ ਸਪੋਰਟ ਕਰਦੇ ਹੋ ਤੇ ਕਿਉਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਸਮਾਜਿਕ ਤੌਰ ਤੇ ਆਏ ਆ ਕਿ ਮੈਂ ਕੰਟੋਨਮੈਂਟ ਦੇ ਵਿੱਚ ਬਹੁਤ ਹਾਕੀ ਖੇਡੀ, ਨਾਲ ਦੀ ਗਰਾਊਂਡ 'ਚ ਕੈਂਟਬੋਰਡ ਸਕੂਲ ਦੇ ਵਿੱਚ, ਔਰ ਉੱਥੋਂ ਇਹਨਾਂ ਦਾ ਆ ਕੇ ਫਰੂਟ ਬਹੁਤ ਖਾਧਾ। ਖਰੈਤੀ ਰਾਮ ਵੀ ਆਇਆ ਆ, ਇਹਨਾਂ ਦੇ ਨਾਲ ਜੂਸ ਜਾਸ ਬੜਾ ਪੀਤਾ, ਤੇ ਇਹਨਾਂ ਦੇ ਨਾਲ ਥੋੜ੍ਹਾ ਬਹੁਤਾ ਸਾਡਾ ਪੁਰਾਣਾ ਸਕੂਲਾਂ ਦੇ ਟਾਈਮ ਦਾ ਰਾਬਤਾ ਸੀਗਾ। ਔਰ ਜਦੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਦਾ ਆ ਹੁਣੇ ਹੀ ਕਿਰਾਏ ਜਿਹੜੇ ਆ ਵਧਾ ਦਿੱਤੇ ਗਏ ਆ, ਕਿਰਾਏ ਜਿਹੜੇ ਪਹਿਲਾਂ 100 ਰੁਪਈਆ ਸੀ, ਫਿਰ 300 ਹੋਇਆ, 5000 ਆਪਣਾ ਹੁਣ 1700 ਸੀਗਾ ਜਿਹੜੇ ਕਰ ਰਹੇ ਸੀਗੇ, ਤੇ ਇਹਦਾ ਇੱਕਦਮ 5000 ਰੁਪਇਆ ਕਰਤਾ। ਔਰ ਉਹਦਾ ਇਹਨਾਂ ਨੇ ਵਿਰੋਧ ਕੀਤਾ, ਜਿਹਦਾ ਮੈਂ ਔਰ ਸਾਡੇ ਸਾਰੇ ਆਏ ਸਾਥੀ ਇਹਨਾਂ ਦਾ ਸਮਰਥਨ ਕਰ ਰਹੇ ਕਿ ਇਹ ਜਿਹੜਾ ਗਲਤ ਕਿਰਾਇਆ ਜਿਹੜਾ ਉਹ ਵਧਾਇਆ ਗਿਆ ਆ, ਔਰ ਬਕਾਇਦਾ ਇਹਦੇ ਲਾਜ਼ ਹੈ ਬਣੇ ਆ, ਕਲੌਜ਼ਸ ਬਣੀਆਂ ਆ ਕਿਸ ਤਰ੍ਹਾਂ ਕਿਰਾਇਆ ਵਧਣਾ। ਜੇ ਆਪਾਂ ਆਮ ਵੀ ਘਰਾਂ ਦਾ ਕਿਰਾਇਆ ਵਧਾਈਏ ਤੇ 3 ਸਾਲ ਬਾਅਦ ਜਾ ਕੇ ਉਹ 10-12% ਵਾਧਾ ਹੁੰਦਾ, ਲੇਕਿਨ ਇਹਨਾਂ ਨੇ 1700 ਤੋਂ ਸਿੱਧਾ ਹੀ 5000 ਰੁਪਇਆ ਕਰਤਾ। ਜਿਸ ਤਰ੍ਹਾਂ ਹੁਣੇ ਦੱਸ ਰਹੇ ਸੀਗੇ ਕਿ ਠੇਕੇ ਤੇ ਦਿੱਤੇ ਆ, ਪਹਿਲਾਂ ਜਿਹੜਾ ਕੰਟੋਨਮੈਂਟ ਬੋਰਡ ਆ ਸਿੱਧਾ ਇਹਨਾਂ ਤੋਂ ਪੈਸੇ ਲੈਂਦਾ ਸੀ, ਲੇਕਿਨ ਇਹਨਾਂ ਨੇ ਠੇਕੇ ਤੇ ਦੇ ਦਿੱਤਾ। ਜੇ ਤੁਸੀਂ 80000 ਰੁਪਈਆ ਠੇਕੇ ਤੇ ਦਿੰਦੇ ਆ ਤੇ ਬਕਾਇਦਾ ਟੈਂਡਰ ਨਿਕਲਦੇ ਆ, ਇਹਨਾਂ ਨੇ ਉਹਨੂੰ ਬੰਦ ਕਰਕੇ ਕੈਂਸਲ ਕਰਕੇ ਤੇ 40000 ਰੁਪਈਏ ਤੇ ਦੇ ਦਿੱਤਾ। ਇੱਥੋਂ ਪਤਾ ਲੱਗਦਾ ਕਿ ਇਹਦੇ ਵਿੱਚ ਸਿੱਧੀ ਹੇਰਾਫੇਰੀ ਆ, ਔਰ ਇਹ ਦੁਕਾਨਦਾਰਾਂ ਨਾਲ ਧੱਕਾ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਜੇਕਰ ਅਸੀਂ ਗੱਲ ਕਰੀਏ, ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਕੈਂਟ ਦੇ ਵਿੱਚ ਪ੍ਰਗਟ ਸਿੰਘ ਇੱਥੋਂ ਲੜਦੇ ਸੀਗੇ, ਤੇ ਆਪ ਦੇ ਰਿਪਰੈਜ਼ੈਂਟੇਟਿਵ ਹੋ ਕਿ ਆਉਣ ਵਾਲੀ ਸੀਟ ਇੱਥੋਂ ਕੈਂਟ ਤੋਂ ਆਪਾਂ ਲੜਾਂਗੇ। ਦੇਖੋ, ਇਹ ਤਾਂ ਪਾਰਟੀ ਨੇ ਡਿਸਾਈਡ ਕਰਨਾ, ਜਿਹਨੂੰ ਪਾਰਟੀ ਕਹੇਗੀ ਉਹੀ ਲੜੇਗਾ। ਲੇਕਿਨ ਅਸੀਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸਮਾਜਿਕ ਤੌਰ ਤੇ ਵੀ ਆਇਆ, ਤੇ ਕਿਉਂਕਿ ਮੈਂ ਇਹਨਾਂ ਨੂੰ ਮਿਲਦਾ ਰਿਹਾ ਪਹਿਲਾਂ ਤੋਂ, ਜਦੋਂ ਮੈਂ ਪੜ੍ਹਦਾ ਸੀ ਉਦੋਂ ਹੀ ਆਉਂਦਾ ਰਿਹਾ ਆ, ਤੇ ਇਸ ਕਰਕੇ ਜੋ ਕੁਝ ਵੀ ਹੋ ਰਿਹਾ ਇਹ ਗਲਤ ਹੋ ਰਿਹਾ ਹੈ। ਕੰਟੋਨਮੈਂਟ ਬੋਰਡ ਨੂੰ ਚਾਹੀਦਾ ਕਿ ਇਹਨਾਂ ਦੇ ਬੈਠ ਕੇ ਨਾਲ ਜਿਹੜਾ ਪੁਰਾਣਾ ਫੈਸਲਾ ਆ ਉੱਤੇ ਹੀ ਇਹ ਸਟੈਂਡ ਕਰਨ, ਔਰ ਅਗਰ ਕਿਰਾਏ ਵਧਣੇ ਆ ਤੇ ਜੋ ਕਲੌਜ਼ਸ ਹੁੰਦੀਆਂ ਆ ਰੈਂਟ ਦੀਆਂ, ਉਹਦੇ ਮੁਤਾਬਕ ਕੰਟੋਨਮੈਂਟ ਬੋਰਡ ਦੀਆਂ ਬਣੀਆਂ ਹੋਣਗੀਆਂ, ਉਹਦੇ ਮੁਤਾਬਕ ਇਹ ਜੋ ਵੀ ਕਰਨਾ ਕੰਮ ਉਹਦੇ ਮੁਤਾਬਕ ਵਾਧਾ ਕਰਨ ਜੋ ਵੀ ਕਰਨਾ। ਇਸੇ ਮੌਕੇ ਦੇ ਉੱਤੇ, ਇਸ ਪ੍ਰਦਰਸ਼ਨ ਦੇ ਉੱਤੇ ਅੱਜ ਰਿਸੀਵ ਕੀਤਾ ਹੈ CEO ਨੇ। ਜੇ ਗੱਲ ਕੀਤੀ ਜਾਵੇ ਬਾਹਰ, ਇਹਨਾਂ ਨੇ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਹੁਣ ਇਹਨਾਂ ਲੋਕਾਂ ਨੇ ਮਿਲ ਕੇ, ਦੁਕਾਨਦਾਰਾਂ ਨੇ ਮਿਲ ਕੇ, ਕਿੰਨੀਆਂ ਕੁ ਸੱਚੀਆਂ ਨੇ ਤੇ ਤੁਹਾਡੇ ਨੌਲੇਜ ਦੇ ਵਿੱਚ ਕਿੰਨੀਆਂ ਕੁ ਸੀਗੀਆਂ? देखिए, जो मेन इशू मुझे बताया गया है वो है जो ठेका हमने दिया है सब्ज़ी मंडी का और फ्रूट मंडी का। फ्रूट मंडी में कोई इशू नहीं है, ज़्यादातर लोग जो वहाँ सब्ज़ी वाले हैं वो उनको लग रहा है कि ये जो ठेकेदार है वो मनमाना पैसा वसूल कर रहा है, और हमने जो टेंडर किया था उसमें हमने किसी भी तरह का रेट फिक्स नहीं किया है। हमारे वहाँ पे 93 स्टॉल्स हैं, जिसमें से तो 93 टोटल स्टॉल्स जो थे सबका हमने 94 स्टॉल्स से हम वो कभी भी हमारे पूरे भरते नहीं थे, पहले भी थोड़े खाली रहते थे, लेकिन हमने 94 स्टॉल्स को ठेका दिया है। अब ठेकेदार ये सब्ज़ी वाले जो वहाँ पहले से बैठे हैं उनका ये कहना है कि ठेकेदार उनसे ज़्यादा पैसे वसूल रहा है। जो हम कैंट बोर्ड 1700 रुपये लेता था उससे वो दुगने तिगने दाम वसूल कर रहा है। ठीक है, हाँ, तो इसमें मैंने ठेकेदार को भी बुला के, चूँकि ये एक मार्केट के ऊपर डिपेंड करता है। अगर देखिए क्या है कि ठेकेदार को हमें पैसे देने हैं, ठेकेदार उनसे कलेक्ट करके हमें पैसे देगा, जो टेंडर गया वो अमाउंट देगा। तो अगर उसके पास कोई आएगा ही नहीं तो ठेकेदार को घाटा लगेगा। अगर वो 5000 रुपये ले रहा है तो उसके पास ऑटोमेटिकली कोई नहीं जाएगा। अगर वो लोगों को लगता है कि वो 5000 रुपये नहीं दे पाएंगे तो ठेकेदार वो नहीं चला पाएगा और ऑटोमेटिकली सरेंडर करेगा, जो भी कुछ करे। बट मेरा ये कहना है कि पहले से सब्ज़ी वाले जो वहाँ रह रहे हैं, पहले से बैठे हैं, उनके पास कैंट बोर्ड का 10 लाख रुपए से ज़्यादा बकाया है। वो टाइम पे हमें ठेका करने की नौबत क्यों आई, हमने ठेका क्यों किया? मुझे पता है कि सब गरीब लोग हैं,
अपना पेट पालते हैं। लेकिन ठेका इसलिए किया गया कि हमारे बंदे जाते हैं, उनको वो पैसे नहीं देते हैं। 1700 रुपये भी देने में 3-3 4-4 महीने वो डिले करते रहते हैं। अभी 10 लाख रुपए से ज़्यादा हमारा उन पर बकाया है, तो वो भी वो देने को तैयार नहीं है, राज़ी नहीं है। तब ऐसे में कैंट बोर्ड के पास और क्या बचता कि उसको हम ठेके पे दे दें, क्योंकि हमारे पास नहीं इतना मैन पावर है कि रोज़ जा कर के उनसे वसूली करें और गाली गलौज खाएं भी और वो मार भी खा के भगाएं वहाँ से। तो इसलिए कैंट बोर्ड ने ये डिसाइड किया था कि इसको हम ठेका दे देंगे। बट इस वक्त अगर हम बात करें जो टाइम चल रहा है उसको देखते हुए, उसको मद्देनज़र रखते हुए एक चीज़ की जा सकती है कि कैंट बोर्ड की तरफ से कुछ टाइम के लिए किराया जो है वो फिक्स कर दिया जाए कि इससे ज़्यादा ना लिया जाए। तो इस चीज़ का सोल्यूशन निकलता नज़र आ रहा है या नहीं? अगर हम फिक्स कर दें, मान लीजिए 1700 रुपये फिक्स कर दें, ठीक है, और उसका 50% ही उस स्टॉल्स भरते हैं कॉन्ट्रैक्टर के, ये भी देखना होगा ना, हमें सब कुछ देखना होता है। तो फिर वो कोई भी कॉन्ट्रैक्टर चला नहीं पाएगा उसको। ये ओवरऑल हमें देख के पिक्चर देखनी पड़ती है कि कॉन्ट्रैक्टर को भी थोड़ा बहुत मुनाफा हो और कैंट बोर्ड को भी जो पैसे आने चाहिए वो आ जाए, ठीक है। अगर किसी को मुनाफा नहीं है तो कोई फ्री में चलाएगा नहीं। आप समझ रहे हैं बात? बट अब जो ये दुकानदार कह रहे हैं वो ये कह रहे हैं कि हम डायरेक्टली कैंट बोर्ड को किराया देने के लिए रेडी है, जितना कैंट बोर्ड अगर रेडी हो तो 10 लाख रुपए चुकाएं, फिर हम सोचेंगे, उसमें बोर्ड डिसाइड करेगा। जो मतलब कहीं ना कहीं काफ़ी लोग जो हैं वो यहाँ पर वो हैं बीच में गिल्टी हैं कि उन्होंने काफ़ी चीज़ें नहीं दी हैं यहाँ। आप लेके आइए ज़रा फाइल। जी, आप तब तक एक चीज़ और बता दीजिए कि अब इनको किस तरह से समाधान मिलेगा कि ये जो प्रदर्शन किया गया, चूँकि ये कैंट बोर्ड का अभी मसला नहीं है, इसलिए नहीं है क्योंकि ये हमने उसको कॉन्ट्रैक्ट पे दे दिया है, ठीक है। अगर हम इस पर कुछ हस्तक्षेप करते हैं ना तो वो फिर वो टर्म्स एंड कंडीशंस का उल्लंघन हो जाएगा। तो इनको बैठ करके ही ये करना पड़ेगा, है ना, मिल बैठ के ही करना पड़ेगा। अभी इसमें देखिए जो बैलेंस है, आप देख सकते हैं कि एक एक आदमी का 7-7 हज़ार, 12,000, इनका 12-3 15,000, सभी का देखिए आप देख रहे हैं इसमें इतना पैसा 94 लोगों का। ये देखिए 7,000 रुपये, 11,000, 12-3 15, 26, ये देखिए आप, ये देखिए इतना ये पेमेंट इनका बचा हुआ है, जबकि ये 2020 अब ये देखिए 2020-21 की, अब ये देखिए 2020-21 का ये डिमांड है ना। इसमें एरियर्स है 31 मार्च तक का, ये एरियर्स है। इसमें कुछ लोगों ने पैसे दिए हैं जिनका हमने, ये देखिए जिन्होंने पेमेंट कर दिया उनका ये नील है, लेकिन सभी का ये बकाया, ये पैसे बचेंगे, ये देखिए। और इन टोटल कितना बनता है यहाँ पे आपके पास? इन टोटल बनता है 10,53,000, है ना, 10,53,000 रुपये बचते हैं। और फ्रूट मंडी का अलग बचता है 1 लाख कुछ, तो टोटल 11,94 हमारे ये बनते हैं। तो ये देखिए, मेरा ये कहना है कि मेरी किसी से दुश्मनी नहीं है भाई। देखिए मेरा काम है कैंट बोर्ड के रेवेन्यू को बढ़ाना किसी तरह, है ना। और अगर पैसे नहीं आएंगे हमारे पास, लोग वहाँ बैठे रहेंगे, तो हमारे पास कोई ऑप्शन नहीं था। मेरी भी मर्ज़ी नहीं थी कि ये करना है। मुझे पता है लोग गरीब आदमी हैं, ठेकेदार थोड़ा, मुझे पता है कि ठेकेदार कैसे वसूली करते हैं, ये भी पता है ना। लेकिन अभी ये इशू है कि इसको मिल बैठ करके इनको चाहिए कि उनके साथ मीटिंग करें। मुझे ये भी पता है कि कल शाम में भी इनका कुछ मीटिंग में कुछ फैसला हुआ था, लेकिन फिर आज पता नहीं कुछ लोग में भी भड़का रहे हों या कुछ हो रहा हो इस तरह से। अब लास्ट अगर बात करें तो यहाँ पे जो राजेश अटवाल जी हैं, जो उनके एक एलिगेशन लगाया जा रहा है कि उनके पास 5-5 ओहदे हैं, वो 5 सैलरीज उठा रहे हैं कैंट बोर्ड से। उसके बारे में क्या बोल? नहीं, मेरे पास अभी कोई ऐसा संज्ञान में, अभी मैं देख रहा हूँ कि ये मेरे पास पहली बार संज्ञान में आया। मैं देखेंगे इसमें, कुछ जांच करेंगे क्या है इसमें। अगर ये चीज़ सच निकलती है तो नहीं, तो एक्शन लिया जाएगा, उसमें क्या है। किस तरह का एक्शन होगा? किसी भी डिसिप्लिनरी एक्शन, जो भी एज पर रूल्स एक्शन है, वो लिया जाएगा। ਸੋ ਇਹ ਸੀਗੇ ਕੈਂਟ ਬੋਰਡ ਦੇ CEO ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪਿਛਲੇ ਕਾਫੀ ਦੇਰ ਤੋਂ ਇੱਥੇ ਦਾ ਜਿਹੜਾ ਵਕਾਇਆ ਹੈ ਸਬਜ਼ੀ ਮੰਡੀ ਦਾ, ਫਰੂਟ ਮੰਡੀ ਦਾ, ਉਹ ਪਿਆ ਹੈ। ਲਗਭਗ ਜੇ ਅਸੀਂ ਇਨ ਟੋਟਲ ਦੀ ਗੱਲ ਕਰੀਏ 11 ਲੱਖ ਤੋਂ ਵੱਧ ਦਾ ਜਿਹੜਾ ਕਿਰਾਇਆ ਹੈ ਉਹ ਇਹਨਾਂ ਲੋਕਾਂ ਵੱਲ ਵਕਾਇਆ ਪਿਆ ਹੈ, ਜਿਸ ਦੇ ਚੱਲਦਿਆਂ ਇਹਨਾਂ ਨੂੰ ਮਜਬੂਰਨ ਠੇਕੇ ਦੇ ਉੱਤੇ ਇਹ ਮੰਡੀ ਦੇਣੀ ਪਈ। ਪਰ ਮੰਡੀ ਦੇਣ ਤੋਂ ਬਾਅਦ ਲੋਕਾਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ ਕਰੋਨਾ ਕਾਲ ਆ ਗਿਆ, ਕਮਾਈ ਘਟ ਗਈ। ਕਮਾਈ ਜੋ ਪਹਿਲਾਂ ਹੁੰਦੀ ਸੀਗੀ
ਉਸ ਤਰੀਕੇ ਦੇ ਨਾਲ ਨਹੀਂ ਹੋ ਰਹੀ। ਲੋਕਾਂ ਦਾ ਫਲੋ ਜਿਹੜਾ ਹੈ ਮੰਡੀ ਦੇ ਵਿੱਚ ਉਹ ਘਟ ਚੁੱਕਾ ਹੈ। ਪਹਿਲਾਂ ਆਰਮੀ ਪਰਸਨ ਕਾਫੀ ਜ਼ਿਆਦਾ ਆਉਂਦੇ ਸੀਗੇ, ਹੁਣ ਨਹੀਂ ਆਉਂਦੇ ਆ, ਜਿਸ ਕਾਰਨ ਕਿ ਜਿਹੜੀ ਕਮਾਈ ਹੈ ਇਹਨਾਂ ਦੀ ਘਟ ਚੁੱਕੀ ਹੈ। ਕਮਾਈ ਘਟਣ ਤੋਂ ਬਾਅਦ ਜਿਹੜਾ ਕਿਰਾਇਆ ਹੈ ਉਸ ਨੂੰ 1750 ਰੁਪਏ ਤੋਂ ਵਧਾ ਕੇ ਸਿੱਧਾ 5000 ਰੁਪਇਆ ਕਰ ਦਿੱਤਾ ਗਿਆ, ਜੋ ਕਿ ਇਹਨਾਂ ਲੋਕਾਂ ਲਈ ਕੱਢਣਾ ਬਿਲਕੁਲ ਹੀ ਨਾਮੁਮਕਿਨ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿਸ ਤਰੀਕੇ ਦੇ ਨਾਲ ਕੈਂਟ ਬੋਰਡ ਜਾਂ ਫਿਰ ਠੇਕੇਦਾਰ ਬੈਠ ਕੇ ਮੀਟਿੰਗ ਕਰਕੇ ਇਹਨਾਂ ਲੋਕਾਂ ਦੇ ਨਾਲ ਇਹਨਾਂ ਨੂੰ ਕੀ ਸਮਾਧਾਨ ਦਿੰਦੇ ਨੇ। ਕੈਮਰਾਮੈਨ ਜਤਿਨ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।